ਜੈ ਮਸੀਹ ਦੀ ਪਿਆਰੇ ਦਰਸ਼ਕੋ, ਜਿੰਨੇ ਵੀ ਭੈਣ ਭਰਾ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਰਹੇ ਹਨ, ਉਹਨਾਂ ਸਭਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਅਸੀਂ ਆਪਣੇ ਸਰਵ ਸ਼ਕਤੀਮਾਨ ਪਿਤਾ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਨੂੰ ਅੱਜ ਇੱਕ ਹੋਰ ਮੌਕਾ ਬਖਸ਼ਿਆ ਕਿ ਤੁਹਾਡੇ ਨਾਲ ਉਸ ਦੇ ਵਚਨ ਦੀ ਸੇਵਕਾਈ ਕਰ ਸਕੀਏ। ਦੋਸਤੋ, ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਜਿਸ ਵਿਸ਼ੇ ਦੀ ਸ਼ੁਰੂਆਤ ਕੀਤੀ ਸੀ ਉਹ ਵਿਸ਼ਾ ਸੀ ਬਾਈਬਲ ਕਲੀਸਿਆ ਦੀ ਮੈਂਬਰਸ਼ਿਪ ਬਾਰੇ ਕੀ ਕਹਿੰਦੀ ਹੈ। ਅਸੀਂ ਇਸ ਦੀ ਰੂਪਰੇਖਾ ਨੂੰ ਵੇਖਿਆ ਸੀ। ਇਸ ਦੇ ਲਈ ਅਸੀਂ ਰਸੂਲਾਂ ਦੇ ਕਰਤੱਵ ਉਸ ਦੇ 2 ਅਧਿਆਏ ਦੀ 40 ਤੋਂ 42 ਅਤੇ ਫਿਰ 46 ਆਇਤਾਂ ਦੇ ਉੱਤੇ ਗੌਰ ਕੀਤਾ ਸੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਸੇ ਵਿਸ਼ੇ ਦੇ ਉੱਤੇ ਅੱਗੇ ਵਧਦੇ ਹੋਏ ਹੋਰ ਗੱਲਬਾਤ ਕਰਾਂਗੇ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਕਲੀਸਿਆ ਦੇ ਪ੍ਰੋਗਰਾਮ ਬਾਰੇ ਜਾਣ ਰਹੇ ਸੀ ਕਿ ਇਸ ਦੇ ਅੰਤਰਗਤ ਕੀ ਚੀਜ਼ਾਂ ਆਉਂਦੀਆਂ ਹਨ। ਅਸੀਂ ਪ੍ਰਚਾਰ ਬਾਰੇ ਗੌਰ ਕੀਤਾ। ਅੱਜ ਅਸੀਂ ਇਸ ਤੋਂ ਅੱਗੇ ਵਧਦੇ ਹੋਏ ਇਕਰਾਰ ਜਾਂ ਅੰਗੀਕਾਰ ਦੇ ਬਾਰੇ ਜਾਣਦੇ ਹੋਏ ਆਪਣੇ ਅਧਿਐਨ ਦੇ ਵਿੱਚ ਅੱਗੇ ਵਧਾਂਗੇ। ਸੋ ਆਓ ਸ਼ੁਰੂਆਤ ਕਰਦੇ ਹਾਂ ਆਪਣੇ ਅੱਜ ਦੇ ਅਧਿਐਨ ਪ੍ਰੋਗਰਾਮ ਦੀ ਡਾਕਟਰ ਡੇਵਿਡ ਯਰਮਾਇਆ ਦੇ ਨਾਲ। ਸਰੋਤਾ ਦੋਸਤੋ, ਇਸ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਮੈਂ ਬਾਈਬਲ ਸਿਖਾਉਂਦਾ ਹਾਂ, ਮੈਂ ਬਾਈਬਲ ਰਿਕਾਰਡਿੰਗ ਕਰਦਾ ਹਾਂ, ਮੈਂ ਟੀਵੀ ਉੱਤੇ ਬਾਈਬਲ ਦਾ ਪ੍ਰਚਾਰ ਕਰਦਾ ਹਾਂ। ਮੈਂ ਆਪਣੀ ਨਸਾਂ ਵਿੱਚ ਬਾਈਬਲ ਨੂੰ ਲੈ ਕੇ ਜੰਮਿਆ ਸੀ। ਮੈਂ ਇਹੋ ਹੀ ਕਰਦਾ ਹਾਂ, ਮੈਂ ਸਿਰਫ ਇਹੋ ਹੀ ਕਰਨਾ ਜਾਣਦਾ ਹਾਂ। ਐੜਾ ਭਾਗ ਇਕਰਾਰ। ਪਰ ਦੂਸਰੀ ਗੱਲ ਬਾਰੇ ਗੌਰ ਕਰੋ, ਜਿਉਂ-ਜਿਉਂ ਆਪ ਇਸ ਭਾਗ ਨੂੰ ਪੜ੍ਹਦੇ ਜਾਂਦੇ ਹੋ, ਸਿਰਫ ਪ੍ਰਚਾਰ ਹੀ ਪ੍ਰੋਗਰਾਮ ਦਾ ਇੱਕ ਹਿੱਸਾ ਨਹੀਂ ਸੀ, ਪਰ ਇਕਰਾਰ ਵੀ ਠੀਕ ਇਸੇ ਤਰ੍ਹਾਂ ਇਸ ਪ੍ਰੋਗਰਾਮ ਦਾ ਇੱਕ ਹਿੱਸਾ ਸੀ। 41 ਐਤ ਦੇ ਵਚਨ ਹਨ, ਸੋ ਜਿਨ੍ਹਾਂ ਉਹਦੀ ਗੱਲ ਮੰਨ ਲਈ ਉਹਨਾਂ ਨੇ ਬਪਤਿਸਮਾ ਲਿਆ। ਜਦੋਂ ਵੀ ਕੋਈ ਜ਼ਿੰਦਗੀ ਖੁਸ਼ਖਬਰੀ ਦਾ ਪ੍ਰਚਾਰ ਦੁਆਰਾ ਬਦਲ ਜਾਂਦੀ ਸੀ, ਤਦ ਉਸ ਕਹਾਣੀ ਨੂੰ ਉਸੇ ਵਕਤ ਵਿਸ਼ਵਾਸੀ ਦੇ ਬਪਤਿਸਮੇ ਦੀ ਗਵਾਹੀ ਦੇ ਦੁਆਰਾ ਦੱਸਿਆ ਜਾਂਦਾ ਸੀ। ਆਰੰਭਕ ਕਲੀਸਿਆ ਦੇ ਅੰਦਰ ਬਪਤਿਸਮਾ ਇੱਕ ਸਾਲ ਦੀ ਅਜਮਾਇਸ਼ ਦਾ ਨਤੀਜਾ ਨਹੀਂ ਸੀ ਹੁੰਦਾ। ਇਹਨਾਂ ਵਿਸ਼ਵਾਸੀਆਂ ਨੂੰ ਤੁਰੰਤ ਹੀ ਬਪਤਿਸਮਾ ਦੇ ਦਿੱਤਾ ਜਾਂਦਾ ਸੀ। ਜਿਉਂ-ਜਿਉਂ ਉਹਨਾਂ ਦੇ ਮਨ ਫਿਰਾਏ ਜਾਂਦੇ ਸਨ, ਉਹਨਾਂ ਨੂੰ ਬਪਤਿਸਮਾ ਦਿੱਤਾ ਜਾਂਦਾ ਸੀ। ਅਸਲ ਵਿੱਚ ਜੇਕਰ ਆਪ ਨਵੇਂ ਨੇਮ ਨੂੰ ਸਮੁੱਚੇ ਤੌਰ ਤੇ ਪੜ੍ਹੋ, ਆਪ ਇਸ ਨੂੰ ਵਾਰ-ਵਾਰ ਪਾਉਂਦੇ ਹੋ ਕਿ ਆਪ ਨੂੰ ਕੋਰਨੀਲੀਅਸ ਦੀ ਕਹਾਣੀ ਯਾਦ ਹੈ। ਉਹ ਕਦੇ ਬਚਾਇਆ ਗਿਆ ਸੀ। ਅਸੀਂ ਉਸ ਬਾਰੇ ਰਸੂਲਾਂ ਦੇ ਕਰਤੱਵ ਦੀ ਪੁਸਤਕ ਦੇ 10 ਅਧਿਆਏ ਵਿੱਚ ਪੜ੍ਹਦੇ ਹਾਂ। ਇਹ ਵਚਨ ਹਨ ਕਿ ਕੋਈ ਪਾਣੀ ਨੂੰ ਰੋਕ ਸਕਦਾ ਹੈ ਕਿ ਇਹਨਾਂ ਲੋਕਾਂ ਨੂੰ ਜਿਨ੍ਹਾਂ ਸਾਡੇ ਵਾਂਗੂ ਪਵਿੱਤਰ ਆਤਮਾ ਪਾਇਆ ਹੈ ਬਪਤਿਸਮਾ ਨਾ ਦਿੱਤਾ ਜਾਏ। ਜਦੋਂ ਫਿਲਿਪਸ ਨੇ ਹਬਸ਼ੀ ਖੋਜੇ ਨੂੰ ਉਪਦੇਸ਼ ਦਿੱਤਾ ਅਤੇ ਉਸ ਨੇ ਮਸੀਹ ਨੂੰ ਕਬੂਲ ਕਰ ਲਿਆ ਸੀ, ਤਦ ਅਸੀਂ ਰਸੂਲਾਂ ਦੇ ਕਰਤੱਵ 8 ਅਧਿਆਏ 36 ਵਚਨ ਤੋਂ ਲੈ ਕੇ 38 ਐਤਾਂ ਵਿੱਚ ਅਸੀਂ ਇਹ ਪੜ੍ਹਦੇ ਹਾਂ। ਅਤੇ ਉਹ ਰਾਹ ਤੇ ਜਾਂਦੇ ਜਾਂਦੇ ਇੱਕ ਪਾਣੀ ਦੇ ਕੋਲ ਉਪੜੇ ਤਾਂ ਉਸ ਖੋਜੇ ਨੇ ਕਿਹਾ, ਵੇਖ ਪਾਣੀ ਹੈਗਾ, ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਚੀਜ਼ ਰੋਕਦੀ ਹੈ। ਤਦ ਫਿਲਿਪਸ ਨੇ ਆਖਿਆ, ਜੇਕਰ ਤੂੰ ਆਪਣੇ ਪੂਰੇ ਦਿਲ ਨਾਲ ਵਿਸ਼ਵਾਸ ਕਰਦਾ ਹੈ ਤਦ ਤੂੰ ਲੈ ਸਕਦਾ ਹੈ। ਅਤੇ ਉਸ ਨੇ ਉੱਤਰ ਦਿੱਤਾ ਅਤੇ ਆਖਿਆ, ਮੈਂ ਵਿਸ਼ਵਾਸ ਕਰਦਾ ਹਾਂ ਯਿਸੂ ਮਸੀਹ ਪਰਮੇਸ਼ਰ ਦਾ ਪੁੱਤਰ ਹੈ। ਤਦ ਉਸ ਨੇ ਰੱਥ ਖੜਾ ਕਰਨ ਦਾ ਹੁਕਮ ਕੀਤਾ ਅਤੇ ਫਿਲਿਪਸ ਅਤੇ ਖੋਜਾ ਦੋਵੇਂ ਪਾਣੀ ਵਿੱਚ ਉਤਰੇ ਅਤੇ ਉਹਨੇ ਉਸ ਨੂੰ ਬਪਤਿਸਮਾ ਦਿੱਤਾ। ਹੁਣ ਤੁਹਾਡੇ ਵਿੱਚੋਂ ਕੁਝ ਜਾਣਦੇ ਹਨ ਕਿ ਅਸੀਂ ਬਪਤਿਸਮਾ ਅਤੇ ਅਸੀਂ ਡੁਬਕੀ ਦੁਆਰਾ ਬਪਤਿਸਮਾ ਦਿੰਦੇ ਹਾਂ। ਅਸੀਂ ਲੋਕਾਂ ਨੂੰ ਪਾਣੀ ਵਿੱਚ ਡੁਬੋਉਂਦੇ ਹਾਂ। ਇੱਥੇ ਉਹਨਾਂ ਵਿੱਚੋਂ ਇੱਕ ਆਇਤ ਹੈ ਜੋ ਇਹ ਆਖਦੀ ਹੈ ਕਿ ਉਹ ਦੋਵੇਂ ਪਾਣੀ ਵਿੱਚ ਉਤਰੇ ਅਤੇ ਉਸ ਨੂੰ ਬਪਤਿਸਮਾ ਦਿੱਤਾ ਗਿਆ। ਸਾਡੀ ਕਲੀਸਿਆ ਵਿੱਚ ਜਿਨ੍ਹਾਂ ਲੋਕਾਂ ਨੂੰ ਬਪਤਿਸਮਾ ਦਿੱਤਾ ਜਾਂਦਾ ਹੈ, ਅਸੀਂ ਉਹਨਾਂ ਨੂੰ ਬੋਲ ਕੇ ਪਹਿਲਾਂ ਆਪਣੇ ਵਿਸ਼ਵਾਸ ਦੀ ਗਵਾਹੀ ਦੇਣ ਲਈ ਆਖਦੇ ਹਾਂ। ਹਰ ਵਾਰ ਕਿਸੇ ਨਾ ਕਿਸੇ ਕੋਲੋਂ ਖੁਸ਼ਖਬਰੀ ਸੁਣਨ ਦੇ ਦੁਆਰਾ ਉਹਨਾਂ ਦੇ ਜੀਵਨਾਂ ਵਿੱਚ ਆਈ ਤਬਦੀਲੀ ਨੂੰ ਸੁਣਦੇ ਹਾਂ। ਤਦ ਇਸ ਦੇ ਦੁਆਰਾ ਅਸੀਂ ਇਸ ਸੰਦੇਸ਼ ਨੂੰ ਲੋਕਾਂ ਵਿੱਚ ਵੰਡਣਾ ਜਾਰੀ ਰੱਖਣ ਲਈ ਉਤਸ਼ਾਹਿਤ ਕੀਤੇ ਜਾਂਦੇ ਹਾਂ। ਈੜੀ ਭਾਗ ਸਾਂਝੇਦਾਰੀ। ਇਸ ਤਰ੍ਹਾਂ ਆਰੰਭਕ ਕਲੀਸਿਆ ਪ੍ਰਚਾਰ ਅਤੇ ਇਕਰਾਰ ਉੱਤੇ ਆਧਾਰਿਤ ਸੀ। ਤੀਸਰੀ ਗੱਲ ਉੱਤੇ ਗੌਰ ਕਰੋ ਕਿ ਆਰੰਭਕ ਕਲੀਸਿਆ ਵਿੱਚ ਅਸੀਂ ਇੱਥੇ ਰਸੂਲਾਂ ਦੀ ਪੁਸਤਕ ਵਿੱਚ ਪੜ੍ਹਦੇ ਹਾਂ ਕਿ ਉੱਥੇ ਸਾਂਝੇਦਾਰੀ ਪਾਈ ਜਾਂਦੀ ਸੀ ਅਤੇ ਕਈ ਤਰੀਕੇ ਸਨ ਜਿਨ੍ਹਾਂ ਦੇ ਦੁਆਰਾ ਆਰੰਭਕ ਕਲੀਸਿਆ ਵਿੱਚ ਬਾਈਬਲ ਹੁੰਦੇ ਸਨ। ਇਹ ਇਸ ਤਰ੍ਹਾਂ ਨਹੀਂ ਸੀ ਕਿ ਰਸੂਲਾਂ ਵਿੱਚ ਇੱਕ ਪਾਸੇ ਅਤੇ ਬਾਕੀ ਸਾਰੇ ਲੋਕ ਕਿਸੇ ਹੋਰ ਪਾਸੇ ਇੱਕ ਅਲੱਗ ਫੈਲੀ ਹੋਈ ਅਤੇ ਉਹਨਾਂ ਵਿੱਚ ਆਪਸੀ ਕੋਈ ਗੱਲਬਾਤ ਨਹੀਂ ਸੀ। ਉਹ ਲੋਕ ਕਲੀਸਿਆ ਵਿੱਚ ਸ਼ਾਮਲ ਹੁੰਦੇ ਸਨ। ਭਾਗ 1 ਕਲੀਸਿਆ ਮੈਂਬਰਸ਼ਿਪ ਦੇ ਰਾਹੀਂ। ਸਭ ਤੋਂ ਪਹਿਲਾਂ
ਕਲੀਸਿਆ ਦੀ ਮੈਂਬਰਸ਼ਿਪ ਦੇ ਰਾਹੀਂ ਉਹ ਸ਼ਾਮਿਲ ਹੁੰਦੇ ਸਨ। 41 ਐਤ ਦੇ ਬਚਨ ਆਖਦੇ ਹਨ, ਸੋ ਜਿਨ੍ਹਾਂ ਉਹਨਾਂ ਦੀ ਗੱਲ ਮੰਨ ਲਈ ਉਹਨਾਂ ਨੇ ਬਪਤਿਸਮਾ ਲਿਆ ਅਤੇ ਉਸੇ ਦਿਨ 3000 ਜਣੇ ਉਹਨਾਂ ਵਿੱਚ ਰਲ ਗਏ। ਕਿਸ ਵਿੱਚ ਰਲ ਗਏ? ਕਲੀਸਿਆ ਵਿੱਚ ਰਲ ਗਏ, ਉਸ ਗਿਣਤੀ ਵਿੱਚ ਰਲ ਗਏ। ਇਸ ਤਰ੍ਹਾਂ ਨਹੀਂ ਸੀ ਕਿ ਉਹਨਾਂ ਲੋਕਾਂ ਦੇ ਨਾਂ ਇਸ ਵਿੱਚ ਸ਼ਾਮਲ ਕੀਤੇ ਗਏ ਸਨ, ਬਲਕਿ ਉਹ ਜਾਨ ਵਿੱਚ ਹੋ ਕੇ ਗਏ। ਉਹਨਾਂ ਦੀਆਂ ਜਾਨਾਂ ਉਸ ਟੋਲੀ ਵਿੱਚ ਰਲੀਆਂ ਹੋਈਆਂ ਸਨ। ਕਿ ਆਪ ਨੇ ਜਾਣਿਆ ਸੀ ਕਿ ਪਤਰਸ ਨੇ ਇਸ ਇੱਕ ਦਿਨ ਵਿੱਚ ਉਸ ਨਾਲੋਂ ਜ਼ਿਆਦਾ ਲੋਕਾਂ ਨੂੰ ਮਨ ਜਿਨ੍ਹਾਂ ਦੇ ਯਿਸੂ ਮਸੀਹ ਨੂੰ ਆਪਣੇ ਜੀਵਨ ਵਿੱਚ ਮੁਕਤੀਦਾਤਾ ਹੋਣ ਦਾ ਸਵੀਕਾਰ ਕੀਤਾ ਸੀ। ਦੂਸਰਾ ਭਾਗ ਕਲੀਸਿਆ ਦੀ ਯਾਦਗਾਰੀ ਪਰਬ ਦੇ ਰਾਹੀਂ। ਇਸ ਤਰ੍ਹਾਂ ਉਹ ਇੱਕ ਟੋਲੀ ਵਿੱਚ ਸ਼ਾਮਲ ਹੋ ਗਏ ਸਨ, ਪਰ ਉਹ ਸਿਰਫ ਕਲੀਸਿਆ ਦੀ ਮੈਂਬਰਸ਼ਿਪ ਦੇ ਰਾਹੀਂ ਹੀ ਸ਼ਾਮਲ ਨਹੀਂ ਸੀ ਹੋਏ, ਪਰ ਦੂਸਰੀ ਗੱਲ, ਉਹ ਕਲੀਸਿਆ ਦੀ ਯਾਦਗਾਰੀ ਪਰਬ ਦੇ ਰਾਹੀਂ ਸ਼ਾਮਲ ਹੋ ਗਏ ਸਨ। ਗੌਰ ਕਰੋ ਕਿ 42 ਐਤ ਕੀ ਆਖਦੀ ਹੈ, ਅਤੇ ਉਹ ਲਗਾਤਾਰ ਰਸੂਲਾਂ ਦੀ ਸਿੱਖਿਆ ਅਤੇ ਸੰਗਤ ਵਿੱਚ ਅਤੇ ਰੋਟੀ ਤੋਣ। ਹੁਣ ਇਹਨਾਂ ਵਿਸ਼ਵਾਸੀਆਂ ਵਿਚਕਾਰ ਅਸ਼ਾਈ ਰਵਾਨੀ ਦੇ ਰੱਖਣ ਦਾ ਜ਼ਿਕਰ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ ਆਰੰਭਕ ਕਲੀਸਿਆ ਵਿੱਚ ਅਸ਼ਾਈ ਰਵਾਨੀ ਪਰਮੇਸ਼ਰ ਦੇ ਲੋਕਾਂ ਵਿੱਚ ਇੱਕ ਬਹੁਤ ਹੀ ਪਵਿੱਤਰ ਪ੍ਰਤਿਗਿਆ ਸੀ। ਮੈਂ ਹਮੇਸ਼ਾ ਹੀ ਇਹ ਸਿਖਾਇਆ ਹੈ ਕਿ ਜਦੋਂ ਵੀ ਅਸੀਂ ਅਸ਼ਾਈ ਰਵਾਨੀ ਲਈ ਇਕੱਠੇ ਹੁੰਦੇ ਹਾਂ, ਤਦ ਅਸੀਂ ਪਿੱਛੇ ਸਲੀਬ ਵੱਲ ਤੱਕਦੇ ਹਾਂ, ਅੱਗੇ ਅਸੀਂ ਮਸੀਹ ਦੀ ਆਮਦ ਵੱਲ ਤੱਕਦੇ ਹਾਂ, ਅਤੇ ਅਸੀਂ ਆਪਣੀਆਂ ਖੁਦ ਦੀਆਂ ਜ਼ਿੰਦਗੀਆਂ ਦੇ ਅੰਦਰ ਇਸ ਨੂੰ ਜਾਂਚਣ ਲਈ ਤੱਕਦੇ ਹਾਂ। ਪਰ ਜਿਵੇਂ ਕਿ ਆਪ ਜਾਣਦੇ ਹੋ, ਪ੍ਰਚਾਰ ਦੀ ਤਰ੍ਹਾਂ ਪ੍ਰਭੂ ਭੋਜ ਦੀ ਕਈ ਕਲੀਸਿਆ ਦੇ ਅੰਦਰ ਕਠਿਨ ਸਮੱਸਿਆ ਤੱਕ ਹੀ ਸੀਮਤ ਰਹਿ ਚੁੱਕੇ ਹਨ। ਕਦੇ-ਕਦੇ ਲੋਕ ਪ੍ਰਭੂ ਭੋਜ ਨੂੰ ਵੱਡੇ ਦਿਨ ਜਾਂ ਫਿਰ ਈਸਟਰ ਦੇ ਮੌਕੇ ਤੇ ਹੀ ਰੱਖਦੇ ਹਨ। ਅਕਸਰ ਜੇਕਰ ਪ੍ਰਭੂ ਭੋਜ ਦੀ ਅਗੇਤੀ ਖਬਰ ਦਾ ਐਲਾਨ ਕਰ ਦਿੱਤਾ ਜਾਵੇ, ਤਦ ਬਹੁਤ ਹੀ ਘੱਟ ਲੋਕ ਕਲੀਸਿਆ ਵਿੱਚ ਆਉਂਦੇ ਹਨ। ਮੈਂ ਆਪ ਬਾਕੀ ਲੋਕਾਂ ਬਾਰੇ ਤਾਂ ਨਹੀਂ ਜਾਣਦਾ, ਪਰ ਮੈਂ ਉਸ ਫਿਲਮ ਦਾ ਬਾਰੇ ਜ਼ਰੂਰ ਜਾਣਦਾ ਹਾਂ, ਦ ਪੈਸ਼ਨ ਆਫ ਕ੍ਰਾਈਸਟ ਨੂੰ ਵੇਖਣ ਤੋਂ ਬਾਅਦ ਮੇਰੇ ਲਈ ਪ੍ਰਭੂ ਭੋਜ ਦਾ ਇੱਕ ਸਮੂਹਿਕ ਤੌਰ ਤੇ ਨਵਾਂ ਹੀ ਅਰਥ ਹੀ ਹੋ ਗਿਆ ਸੀ। ਮੈਂ ਹੁਣ ਕਦੇ ਵੀ ਦੁਬਾਰਾ ਪ੍ਰਭੂ ਭੋਜ ਤੋਂ ਵਾਂਝਿਆ ਨਹੀਂ ਰਹਿੰਦਾ। ਆਪ ਦਾ ਪਾਸਵਾਨ ਹੋਣ ਵਜੋਂ ਮੈਂ ਉਸ ਸਭ ਜੋ ਮੇਰੇ ਇਖਤਿਆਰ ਵਿੱਚ ਹੈ ਇਹ ਨਿਸ਼ਚਿੰਤ ਕਰਨ ਜਾ ਰਿਹਾ ਹਾਂ ਕਿ ਅਸੀਂ ਪ੍ਰਭੂ ਦੀ ਮੇਜ਼ ਦੇ ਦੁਆਲੇ ਇਕੱਠੇ ਹੋਣ ਦੇ ਮਹੱਤਵ ਨੂੰ ਨਾ ਭੁੱਲੀਏ। ਸਾਡੇ ਲਈ ਸਿਰਫ ਇਹ ਹੀ ਮਹੱਤਵਪੂਰਨ ਨਹੀਂ ਹੈ ਕਿ ਅਸੀਂ ਪ੍ਰਭੂ ਦੇ ਆਉਣ ਤੱਕ ਪ੍ਰਭੂ ਦੀ ਮੌਤ ਨੂੰ ਯਾਦ ਰੱਖੀਏ, ਉਸ ਦੇ ਦੁਆਰਾ ਆਉਣ ਨੂੰ ਪ੍ਰਗਟ ਕਰੀਏ ਜਦੋਂ ਅਸੀਂ ਲੇਲੇ ਦੇ ਵਿਆਹ ਦੇ ਭੋਜ ਦੇ ਦੌਰਾਨ ਉਸ ਦੇ ਨਾਲ ਬੈਠੇ ਅਤੇ ਖਾਂਦੇ ਅਤੇ ਪੀਂਦੇ ਹੋਵਾਂਗੇ। ਪਰ ਇਹ ਤਾਂ ਬਾਈਬਲ ਦੇ ਅਨੁਸਾਰ ਵੀ ਹੈ, ਜਿਸ ਦੇ ਅਨੁਸਾਰ ਅਸੀਂ ਆਪਣੇ ਸਮਾਜ ਨੂੰ ਖੁਸ਼ਖਬਰੀ ਦਾ ਪ੍ਰਚਾਰ ਵੀ ਕਰਦੇ ਹਾਂ। ਆਪ ਆਖਦੇ ਹੋ, ਆਪ ਇਸ ਬਾਰੇ ਕਿੱਥੇ ਜਾਣਦੇ ਹੋ? ਗੌਰ ਕਰੋ, ਮੈਂ ਇਸ ਤੋਂ ਪਹਿਲਾਂ ਇਸ ਨੂੰ ਕਦੇ ਨਹੀਂ ਸਮਝਿਆ ਸੀ ਅਤੇ ਇਹ ਸਮੁੱਚੇ ਤੌਰ ਤੇ ਮੈਨੂੰ ਉਤਸ਼ਾਹਿਤ ਕਰਨ ਜਾ ਰਿਹਾ ਸੀ ਅਤੇ ਇਹ ਮੇਰੇ ਅੰਦਰ ਰੁਚੀ ਪੈਦਾ ਕਰ ਰਿਹਾ ਹੈ। ਜਦੋਂ ਪੌਲੁਸ ਪਹਿਲੀ ਕਰੰਥੀਆਂ ਦੀ ਪੱਤਰੀ ਦੇ 11 ਅਧਿਆਇ ਵਿੱਚ ਪ੍ਰਭੂ ਭੋਜ ਬਾਰੇ ਸਿੱਖਿਆ ਦੇ ਰਿਹਾ ਸੀ, ਤਦ ਉਸਨੇ ਆਖਿਆ ਸੀ, ਮੈਂ ਤਾਂ ਇਹ ਗੱਲ ਪ੍ਰਭੂ ਤੋਂ ਪਾਈ ਸੀ ਜਿਹੜੀ ਤੁਹਾਨੂੰ ਸੌਂਪ ਦਿੱਤੀ। ਭਾਈ ਪ੍ਰਭੂ ਯਿਸੂ ਨੂੰ ਜਿਸ ਰਾਤ ਉਹ ਫੜਾਇਆ ਗਿਆ ਸੀ ਰੋਟੀ ਲਈ ਅਤੇ ਸ਼ੁਕਰ ਕਰਕੇ ਤੋੜੀ ਅਤੇ ਕਿਹਾ, ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਹੈ, ਮੇਰੀ ਯਾਦਗਾਰੀ ਲਈ ਇਹ ਕਰਿਆ ਕਰੋ। ਇਸੇ ਤਰ੍ਹਾਂ ਉਸ ਨੇ ਭੋਜਨ ਖਾਣ ਤੋਂ ਪਿੱਛੋਂ ਪਿਆਲਾ ਵੀ ਲਿਆ ਅਤੇ ਕਿਹਾ, ਜੋ ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ, ਜਦ ਕਦੇ ਤੁਸੀਂ ਇਸ ਨੂੰ ਪੀਓ ਤਾਂ ਮੇਰੀ ਯਾਦਗਾਰੀ ਲਈ ਇਹ ਕਰਿਆ ਕਰੋ। ਹੁਣ ਇਹ ਹੀ ਮੁੱਖ ਲਾਈਨ ਹੈ। ਹੁਣ ਇਸ ਉੱਤੇ ਗੌਰ ਕਰੋ, ਕਿਉਂਕਿ ਜਦ ਕਦੇ ਤੁਸੀਂ ਇਹ ਰੋਟੀ ਖਾਓ ਅਤੇ ਪਿਆਲਾ ਪੀਓ ਤਾਂ ਤੁਸੀਂ ਪ੍ਰਭੂ ਦੀ ਮੌਤ ਦਾ ਪ੍ਰਚਾਰ ਕਰਦੇ ਹੋ ਜਦ ਤੀਕਰ ਉਹ ਨਾ ਆਵੇ। ਮੈਂ ਇੱਥੇ ਇਸਤੇਮਾਲ ਕੀਤੇ ਪ੍ਰਚਾਰ ਸ਼ਬਦ ਉੱਤੇ ਇਸ ਹਫ਼ਤੇ ਗੌਰ ਕੀਤਾ ਹੈ। ਇਹ ਨਵੇਂ ਨੇਮ ਵਿੱਚ ਪ੍ਰਚਾਰ ਕਰਨ ਲਈ ਇਸਤੇਮਾਲ ਕੀਤਾ ਗਿਆ 3 ਸ਼ਬਦਾਂ ਵਿੱਚੋਂ ਇੱਕ ਸ਼ਬਦ ਹੈ। ਉਸਨੇ ਆਖਿਆ ਸੀ, ਜਦੋਂ ਤੁਸੀਂ ਵਿਸ਼ਵਾਸੀ ਹੋਣ ਵਜੋਂ ਇਕੱਠੇ ਹੁੰਦੇ ਹੋ ਅਤੇ ਤੁਸੀਂ ਪ੍ਰਭੂ ਦੀ ਮੌਤ ਅਤੇ ਉਸ ਦੇ ਦਫਨਾਉਣ ਅਤੇ ਉਸ ਦੇ ਮੁਰਦਿਆਂ ਵਿੱਚੋਂ ਦੁਬਾਰਾ ਜੀ ਉੱਠਣ ਨੂੰ ਇਸ ਪਿਆਲੇ ਅਤੇ ਇਸ ਰੋਟੀ ਦੇ ਰਾਹੀਂ ਮਨਾਉਂਦੇ ਹੋ, ਤਦ ਆਪ ਇਸ ਦੇ ਦੁਆਰਾ ਉਹਨਾਂ ਸਾਰਿਆਂ ਲਈ ਇੱਕ ਸੰਦੇਸ਼ ਦਾ ਪ੍ਰਚਾਰ ਕਰਦੇ ਹੋ ਜੋ ਇਹ ਜਾਣਦੇ ਹਨ ਕਿ ਆਪ ਕੀ ਕਰ ਰਹੇ ਹੋ। ਉਹ ਲੋਕ ਜੋ ਆਉਂਦੇ ਹਨ ਪਰ ਅਜੇ ਸਾਡੀ ਕਲੀਸਿਆ ਦਾ ਇੱਕ ਹਿੱਸਾ ਨਹੀਂ ਹਨ ਅਤੇ ਉਹ ਸਾਨੂੰ ਰੋਟੀ ਅਤੇ ਪਿਆਲੇ ਦੇ ਤੱਤਾਂ ਦੇ ਦੁਆਲੇ ਇਕੱਠੇ ਹੁੰਦਾ ਵੇਖਦੇ ਹਨ, ਤਦ ਅਸੀਂ ਪ੍ਰਭੂ ਭੋਜ ਦੇ ਰਾਹੀਂ ਉਹਨਾਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹਾਂ। ਕਿ ਆਪ ਇਸ ਨੂੰ ਜਾਣਦੇ ਹੋ ਕਿ ਆਪ ਜਾਣਦੇ ਸੀ ਕਿ ਜਦੋਂ ਆਪ ਪ੍ਰਭੂ ਭੋਜ ਲਈ ਆਉਂਦੇ ਹੋ ਤਦ ਆਪ ਖੁਸ਼ਖਬਰੀ ਦਾ ਪ੍ਰਚਾਰ ਕਰਨ ਵਿੱਚ ਮਦਦ ਕਰਦੇ ਹੋ। ਮੇਰੇ ਦੋਸਤੋ, ਕਦੀ ਵੀ ਇਹ ਨਾ ਆਖਦੇ ਹੋ ਕਿਸੇ ਥਾਂ ਤੇ ਜਾਓ, ਠੀਕ ਹੈ ਉਹ ਅੱਜ ਰਾਤ ਪ੍ਰਭੂ ਭੋਜ ਲੈਣ ਜਾ ਰਹੇ ਹਨ, ਮੈਂ ਨਹੀਂ
ਸੋਚਦਾ ਕਿ ਮੈਂ ਜਾਵਾਂਗਾ। ਮੈਂ ਇੱਕ ਲੜਕੇ ਵਜੋਂ ਵੱਡੇ ਹੋਣ ਦੀ ਯਾਦ ਹੈ। ਅਸੀਂ ਆਪਣੀ ਕਲੀਸਿਆ ਵਿੱਚ ਪ੍ਰਭੂ ਭੋਜ ਲੈਂਦੇ ਹੁੰਦੇ ਸੀ ਅਤੇ ਇਹ ਅੰਤ ਵਿੱਚ ਰੱਖਿਆ ਜਾਂਦਾ ਸੀ। ਇੱਕ ਲੰਬੇ ਬੁਲਾਵੇ ਤੋਂ ਬਾਅਦ, ਇੱਕ ਲੰਬੀ ਪ੍ਰਚਾਰ ਸੇਵਾ ਤੋਂ ਬਾਅਦ, ਅਤੇ ਆਪ ਨੂੰ ਪਤਾ ਹੈ ਅਤੇ ਮੈਂ ਪ੍ਰਭੂ ਭੋਜ ਬਾਰੇ ਇੱਕ ਗਲਤ ਵਤੀਰਾ ਪਾਇਆ ਸੀ, ਕਿਉਂਕਿ ਇਸ ਨਾਲ ਉਸ ਸਭਾ ਦਾ ਸਮਾਂ ਲੰਬਾ ਹੋ ਜਾਂਦਾ ਸੀ ਅਤੇ ਮੈਂ ਇਹ ਸਿੱਟਾ ਕੱਢਿਆ ਕਿ ਜੇਕਰ ਮੈਂ ਕਦੇ ਵੀ ਪਾਸਵਾਨ ਬਣ ਗਿਆ ਤਦ ਮੈਂ ਸਭਾ ਵਿੱਚ ਪ੍ਰਭੂ ਭੋਜ ਸਭ ਤੋਂ ਪਹਿਲਾਂ ਕਰਿਆ ਕਰਾਂਗਾ, ਤਾਂ ਕਿ ਕੋਈ ਕਦੇ ਵੀ ਇਸ ਤਰ੍ਹਾਂ ਨਾ ਸੋਚੇ। ਇਸ ਲਈ ਜਿਵੇਂ ਆਪ ਜਾਣਦੇ ਹੋ, ਜਦੋਂ ਅਸੀਂ ਇੱਥੇ ਪ੍ਰਭੂ ਭੋਜ ਰੱਖਦੇ ਹਾਂ ਤਦ ਅਸੀਂ ਉਸ ਨੂੰ ਬੰਦਗੀ ਦੀ ਸਭਾ ਦੇ ਪਹਿਲਾ ਭਾਗ ਵਿੱਚ ਰੱਖਦੇ ਹਾਂ, ਤਾਂ ਕਿ ਇਸ ਵਿੱਚ ਫਾਲਤੂ ਕੁਝ ਨਾ ਜੋੜਿਆ ਜਾਵੇ। ਇਹ ਕੋਈ ਫਾਲਤੂ ਚੀਜ਼ ਨਾ ਹੋਵੇ, ਬਲਕਿ ਇਹ ਤਾਂ ਉਸ ਦਾ ਇੱਕ ਹਿੱਸਾ ਹੋਵੇ ਜੋ ਅਸੀਂ ਕਰਦੇ ਹਾਂ। ਮੈਂ ਇਸ ਬਾਰੇ ਹੋਰ ਗੱਲ ਕਰਨੀ ਚਾਹਾਂਗਾ, ਪਰੰਤੂ ਆਪ ਗੌਰ ਕਰੋ ਕਿ ਆਰੰਭਕ ਕਲੀਸਿਆ ਵਿੱਚ ਪਾਏ ਜਾਣ ਵਾਲੀਆਂ ਦੋ ਚੀਜ਼ਾਂ ਦਾ ਜ਼ਿਕਰ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ: ਭਾਵ ਬਪਤਿਸਮਾ ਅਤੇ ਪ੍ਰਭੂ ਭੋਜ। ਇਹ ਦੋ ਕੰਮ ਹਨ ਜੋ ਸਾਨੂੰ ਕਲੀਸਿਆ ਵਿੱਚ ਕਰਨ ਦਾ ਹੁਕਮ ਦਿੱਤਾ ਗਿਆ ਹੈ, ਅਤੇ ਕਦੇ ਵੀ ਉਹਨਾਂ ਨੂੰ ਹਲਕਾ ਕਰਕੇ ਨਾ ਲਓ ਅਤੇ ਆਪਣੇ ਜੀਵਨ ਵਿੱਚ ਪਰਮਿਕਤਾ ਦੀ ਸੂਚੀ ਵਿੱਚੋਂ ਉਹਨਾਂ ਨੂੰ ਬਾਹਰ ਨਾ ਕੱਢੋ। 3 ਭਾਗ ਕਲੀਸਿਆ ਦੀਆਂ ਸਭਾਵਾਂ ਰਾਹੀਂ। ਊੜਾ ਸਰਬਜਨਕ ਤੌਰ ਤੇ ਹੈਕਲ ਵਿੱਚ। ਉਹ ਸਿਰਫ ਕਲੀਸਿਆ ਦੇ ਮੈਂਬਰਸ਼ਿਪ ਦੇ ਰਾਹੀਂ ਅਤੇ ਕਲੀਸਿਆ ਦੀ ਯਾਦਗਾਰੀ ਦੇ ਪਰਬ ਦੇ ਰਾਹੀਂ ਸ਼ਰੀਕ ਨਹੀਂ ਸੀ ਹੁੰਦੇ, ਪਰ ਉਹ ਤਾਂ ਕਲੀਸਿਆ ਦੀਆਂ ਸਭਾਵਾਂ ਰਾਹੀਂ ਵੀ ਸ਼ਰੀਕ ਹੁੰਦੇ ਸਨ। 46 ਐਤ ਬਾਰੇ ਗੌਰ ਕਰੋ, ਔਰ ਦਿਨੋਂ ਦਿਨ ਇੱਕ ਸਮੇਂ ਹੋ ਕੇ ਹੈਕਲ ਵਿੱਚ ਲਗਾਤਾਰ ਉਹ ਰਹਿੰਦੇ ਸਨ। ਜਿਵੇਂ ਕਿ ਇਸ ਪੱਧਰ ਉੱਤੇ ਆਪ ਉਹਨਾਂ ਤੋਂ ਆਸ ਕਰੋਗੇ। ਚੇਲਿਆਂ ਨੇ ਹੈਕਲ ਵਿੱਚ ਬੰਦਗੀ ਕਰਨੀ ਜਾਰੀ ਰੱਖੀ ਸੀ। ਯਹੂਦੀ ਮਤ ਤੋਂ ਉਹਨਾਂ ਦਾ ਕਾਫੀ ਸਮੇਂ ਤੱਕ ਅੱਡ ਹੋਣਾ ਨਹੀਂ ਸੀ ਹੋਇਆ। ਅਸਲ ਵਿੱਚ ਵਚਨ ਦਾ ਇਹ ਭਾਗ ਆਖਦਾ ਹੈ ਕਿ ਉਹ ਹੈਕਲ ਦੇ ਵਿਹੜਿਆਂ ਵਿੱਚ ਇਕੱਠੇ ਹੁੰਦੇ ਸਨ। ਇਹ ਗੌਰ ਕਰੋ ਕਿ ਵਿਹੜਿਆਂ ਦੇ ਵਿੱਚ ਇਕੱਠੇ ਹੋਣਾ ਇੱਕ ਬਹੁਤ ਹੀ ਵਿਸ਼ਾਲ ਖੇਤਰ ਸੀ। ਪਰਬ ਦੇ ਦਿਨਾਂ ਵਿੱਚ 2 ਲੱਖ ਲੋਕਾਂ ਤੋਂ ਵੀ ਵੱਧ ਇਸ ਵਿਹੜੇ ਵਿੱਚ ਇਕੱਠੇ ਹੁੰਦੇ ਸਨ, ਅਤੇ ਸ਼ਾਇਦ ਇਹੋ ਹੀ ਉਸ ਵਿਸ਼ਾਲ ਕਲੀਸਿਆ ਦੇ ਇਕੱਠੇ ਹੋਣ ਲਈ ਕਾਫੀ ਵਿਸ਼ਾਲ ਇੱਕੋ ਹੀ ਇੱਕ ਸਥਾਨ ਸੀ। ਇਸ ਕਰਕੇ ਬਾਈਬਲ ਆਖਦੀ ਹੈ ਕਿ ਉਹ ਹੈਕਲ ਵਿੱਚ ਇਕੱਠੇ ਹੁੰਦੇ ਸਨ। ਇਹ ਕਿਸ ਤਰ੍ਹਾਂ ਜਾਪਦਾ ਹੈ? ਇਹ ਤਾਂ ਸਾਡੀਆਂ ਐਤਵਾਰ ਦੀਆਂ ਸਭਾਵਾਂ ਭਾਗਾਂ ਵਿੱਚ ਹੀ ਇਕੱਠੇ ਹੋਣਾ ਹੁੰਦਾ ਸੀ। ਉਹ ਕਲੀਸਿਆ ਦੇ ਅੰਦਰ ਇਕੱਠੇ ਹੁੰਦੇ ਸਨ। ਉਹ ਜਸ਼ਨ ਦੀ ਇੱਕ ਸਭਾ ਕਰਦੇ ਸਨ। ਮੈਂ ਬਹੁਤ ਖੁਸ਼ ਹਾਂ ਕਿ ਆਪ ਕਲੀਸਿਆ ਦੇ ਅੰਦਰ ਆਏ ਹੋ। ਕਿ ਆਪ ਨੂੰ ਪਤਾ ਹੈ ਕਿ ਸਾਡੀ ਲਈ ਬੰਦਗੀ ਦੀਆਂ ਸਭਾਵਾਂ ਵਿੱਚ ਇਕੱਠੇ ਹੋਣ ਦਾ ਬਹੁਤ ਹੀ ਮਹੱਤਵ ਹੈ, ਕਿਉਂਕਿ ਇਹੋ ਹੀ ਉਹ ਸਥਾਨ ਹੈ ਜਿੱਥੇ ਸਾਰੀ ਦੇਹ ਇਕੱਠੀ ਹੁੰਦੀ ਹੈ, ਅਤੇ ਇਹੋ ਹੀ ਉਹ ਸਥਾਨ ਹੈ ਜਿੱਥੇ ਅਸੀਂ ਇਹ ਜਾਣਦੇ ਹਾਂ ਪਰਮੇਸ਼ਰ ਕੁਝ ਸਾਡੇ ਸਭਨਾਂ ਨਾਲੋਂ ਮਹਾਨ ਕਰ ਰਿਹਾ ਹੈ, ਜਿਸ ਵਿੱਚ ਅਸੀਂ ਖੁਦ ਸ਼ਾਮਲ ਹੋ ਸਕਦੇ ਹਾਂ। ਕਦੇ ਵੀ ਕਲੀਸਿਆ ਵਿੱਚ ਆਉਣ ਦੇ ਮਹੱਤਵ ਨੂੰ ਘੱਟ ਨਾ ਕਰੋ। ਕੈਲੀਫੋਰਨੀਆ ਵਿੱਚ ਮੈਨੂੰ ਦੱਸਿਆ ਗਿਆ ਹੈ ਕਿ ਹਰੇਕ ਮਸੀਹੀ 5 ਵਿੱਚੋਂ 3 ਵਾਰ ਕਲੀਸਿਆ ਨੂੰ ਆਉਂਦਾ ਹੈ। ਜੇਕਰ ਉੱਥੇ 5 ਸਭਾਵਾਂ ਹੋਣ ਤਦ ਉਹ 3 ਵਿੱਚ ਆਉਂਦੇ ਹਨ। ਜੀ ਹਾਂ, ਸਾਨੂੰ ਇਹਨਾਂ ਆંકੜਿਆਂ ਨੂੰ ਆਪਣੇ ਰਾਹਾਂ ਤੋਂ ਉੱਪਰ ਉੱਠ ਕੇ ਉੱਚਾ ਚੁੱਕਣਾ ਚਾਹੀਦਾ ਹੈ, ਅਤੇ ਇਸ ਗੱਲ ਨੂੰ ਨਿਸ਼ਚਿੰਤ ਕਰਨਾ ਚਾਹੀਦਾ ਹੈ ਕਿ ਜਦੋਂ ਕਦੇ ਵੀ ਪ੍ਰਭੂ ਦਾ ਘਰ ਮੁੱਖ ਸਭਾਵਾਂ ਲਈ ਖੋਲ੍ਹਿਆ ਜਾਂਦਾ ਹੈ ਤਦ ਅਸੀਂ ਉੱਥੇ ਹੋਈਏ। ਜਦੋਂ ਮੈਂ ਆਪਣੇ ਪਰਿਵਾਰ ਵਿੱਚ ਵੱਡਾ ਹੋ ਰਿਹਾ ਸੀ ਤਦ ਅਸੀਂ ਅਕਸਰ ਸ਼ਨੀਵਾਰ ਨੂੰ ਬਾਹਰ ਚਲੇ ਜਾਂਦੇ ਸੀ। ਅਸੀਂ ਕੈਂਪ ਲਈ ਇਸੇ ਤਰ੍ਹਾਂ ਕੁਝ ਹੋਰ ਵਾਸਤੇ ਬਾਹਰ ਚਲੇ ਜਾਂਦੇ ਸੀ, ਪਰ ਸ਼ਨੀਵਾਰ ਰਾਤ ਨੂੰ ਕਾਫੀ ਜਲਦੀ ਅਸੀਂ ਘਰ ਆ ਜਾਂਦੇ ਸੀ ਅਤੇ ਹਰੇਕ ਨਹਾਉਂਦੇ ਅਤੇ ਆਪਣੇ ਬੂਟ ਪਾਲਿਸ਼ ਕਰਦੇ ਅਤੇ ਆਪਣੇ ਹਫਤੇ ਦਾ ਸੰਡੇ ਸਕੂਲ ਦਾ ਕੰਮ ਕਰੀਏ। ਮੇਰੀਆਂ ਇਸ ਗੱਲਾਂ ਨੂੰ ਯਕੀਨ ਬਣਾਉਂਦੇ ਸੀ ਕਿ ਸਾਡੇ ਵਿੱਚੋਂ ਹਰੇਕ ਘਰ ਆਪਣੇ ਅਤੇ ਅਸੀਂ ਅਗਲੇ ਦਿਨ ਕਲੀਸਿਆ ਵਿੱਚ ਜਾਣ ਲਈ ਤਿਆਰ ਹੋਈਏ। ਕਲੀਸਿਆ ਇੱਕ ਪ੍ਰਸਤਾਨਿਕਤਾ ਸੀ। ਅਸੀਂ ਕਦੇ ਵੀ ਕਲੀਸਿਆ ਨੂੰ ਜਾਣਾ ਨਹੀਂ ਸੀ ਛੱਡਿਆ। ਜੀ ਹਾਂ, ਉਹਨਾਂ ਦਿਨਾਂ ਦੇ ਕਲੀਸਿਆ ਨੂੰ ਪ੍ਰਤਿਆਵਾਂ ਅਤੇ ਸਰਵਜਨਕ ਸਭਾਵਾਂ ਦੀ ਹਾਜ਼ਰੀ ਕਿੰਨੀ ਅੱਛੀ ਹੁੰਦੀ ਸੀ। ਐੜਾ ਭਾਗ ਨਿੱਜੀ ਤੌਰ ਤੇ ਉਹਨਾਂ ਦੇ ਘਰਾਂ ਵਿੱਚ, ਅਤੇ ਫਿਰ ਨਿੱਜੀ ਤੌਰ ਤੇ ਉਹ ਘਰਾਂ ਵਿੱਚ ਮਿਲਦੇ ਸਨ। 46 ਐਤ ਉੱਤੇ ਗੌਰ ਕਰੋ। ਇੱਥੇ ਉਹਨਾਂ ਕਾਰਨਾਂ ਵਿੱਚ ਇੱਕ ਹੈ ਜਿਸ ਕਰਕੇ ਅਸੀਂ ਛੋਟੇ ਗਰੁੱਪਾਂ ਨੂੰ ਉਤਸ਼ਾਹਿਤ ਕਰਦੇ ਹਾਂ ਅਤੇ ਅਸੀਂ ਰੋਟੀ ਤੋੜਦੇ ਹਾਂ। ਉਹ ਖੁਸ਼ੀ ਅਤੇ ਸਿੱਧੇ ਮਨ ਨਾਲ ਭੋਜਨ ਛਕਦੇ ਸਨ। ਅਸੀਂ ਜਲਦੀ ਹੀ ਇਸ ਬਾਰੇ ਗੌਰ ਕਰਨ ਜਾ ਰਹੇ ਹਾਂ। ਸੱਸਾ ਪ੍ਰਾਰਥਨਾਵਾਂ। ਹੁਣ ਗੌਰ ਕਰੋ ਕਿ ਇਹ ਯੋਜਨਾਵਾਂ ਕਿਵੇਂ ਅੱਗੇ ਵੱਧ ਜਾ ਰਹੀ ਹੈ। ਸਭ ਤੋਂ ਪਹਿਲਾਂ ਉੱਥੇ ਪ੍ਰਚਾਰ ਕੀਤਾ ਗਿਆ ਸੀ, ਫਿਰ ਇਕਰਾਰ ਕੀਤਾ ਗਿਆ ਸੀ, ਅਤੇ ਫਿਰ ਉੱਥੇ ਸ਼ਾਮਲ ਹੋਣਾ ਸੀ, ਅਤੇ ਫਿਰ 42 ਐਤ ਵਿੱਚ ਅਸੀਂ ਸਿੱਖਦੇ ਹਾਂ ਕਿ ਪ੍ਰਾਰਥਨਾ ਕੀਤੀ ਗਈ ਸੀ।
42 ਐਤ ਦੇ ਵਚਨ ਹਨ ਕਿ ਉਹ ਲਗਾਤਾਰ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੇ। ਹੁਣ ਪ੍ਰਾਰਥਨਾ ਇਸ ਕਲੀਸਿਆ ਦੀ ਧਿਆਨਪੂਰਵਕ ਸੰਭਾਲ ਜਾਣ ਲਈ ਕਾਰਜ ਸੀ। ਆਰੰਭਕ ਮਸੀਹੀ ਬੰਦਗੀ ਕਰਨ ਲਈ ਪ੍ਰਾਰਥਨਾ ਵਾਸਤੇ ਇਕੱਠੇ ਹੋਣ ਦੇ ਮਹੱਤਵ ਨੂੰ ਜਾਣਦੇ ਸਨ ਅਤੇ ਉਹ ਆਪਣੇ ਪਾਪ ਦਾ ਇਕਰਾਰ ਕਰਨ ਅਤੇ ਪਰਮੇਸ਼ਰ ਦੀ ਮਦਦ ਨੂੰ ਭਾਲਣ ਅਤੇ ਆਪਣੀ ਕਲੀਸਿਆ ਲਈ ਪ੍ਰਾਰਥਨਾ ਕਰਨ ਅਤੇ ਪਰਮੇਸ਼ਰ ਦੀਆਂ ਸਾਰੀਆਂ ਬਰਕਤਾਂ ਦੀ ਭਰਮਾਰ ਵਾਸਤੇ ਧੰਨਵਾਦ ਕਰਨ ਦੇ ਮਹੱਤਵ ਨੂੰ ਜਾਣਦੇ ਸਨ। ਸਾਡੀ ਕਲੀਸਿਆ ਦੇ ਅੰਦਰ ਸਾਡੇ ਕੋਲ ਸੈਂਕੜੇ ਲੋਕ ਹਨ ਜੋ ਪਹਿਰੇਦਾਰੀ ਕਰਨ ਵਿੱਚ ਸ਼ਾਮਲ ਹੁੰਦੇ ਹੋਇਆਂ ਦਿਨ ਦੀ ਹਰ ਘੜੀ ਪ੍ਰਾਰਥਨਾ ਕਰਦੇ ਸਨ। ਹਰੇਕ ਦਿਨ 24 ਘੰਟੇ, ਹਫ਼ਤੇ ਦੇ 7 ਦਿਨ ਜਦੋਂ ਮੈਂ ਐਤਵਾਰ ਨੂੰ ਪ੍ਰਚਾਰ ਕਰਨ ਲਈ ਖੜਾ ਹੁੰਦਾ ਹਾਂ, ਲੋਕਾਂ ਦਾ ਇੱਕ ਗਰੁੱਪ ਹੈ ਜੋ ਮੇਰੇ ਪ੍ਰਚਾਰ ਕਰਦੇ ਵਕਤ ਪ੍ਰਾਰਥਨਾ ਕਰਦੇ ਹਨ ਕਿ ਪਰਮੇਸ਼ਰ ਮੈਨੂੰ ਮਸਾ ਕਰੇ ਅਤੇ ਮੈਨੂੰ ਆਪਣੇ ਆਤਮਾ ਨਾਲ ਭਰਪੂਰ ਕਰੇ ਅਤੇ ਇਖਤਿਆਰ ਨਾਲ ਸਿੱਖਿਆ ਦੇਣ ਅਤੇ ਪਰਮੇਸ਼ਰ ਦੀ ਬਾਣੀ ਦਾ ਪ੍ਰਚਾਰ ਕਰਨ ਦੀ ਯੋਗਤਾ ਪ੍ਰਦਾਨ ਕਰੇ। ਅਜਿਹੀ ਕੋਈ ਵੀ ਕਲੀਸਿਆ ਨਹੀਂ ਹੋ ਸਕਦੀ ਜਿਸ ਨੂੰ ਪਰਮੇਸ਼ਰ ਕਦੇ ਵੀ ਬਰਕਤ ਨਾ ਦੇਵੇ, ਜਿਸ ਕੋਲ ਉਸ ਕਲੀਸਿਆ ਦੇ ਮੁੱਖ ਮਿਸ਼ਨ ਦੇ ਇੱਕ ਹਿੱਸੇ ਵਜੋਂ ਪ੍ਰਾਰਥਨਾ ਕਰਨਾ ਨਾ ਉਲੋਕਿਆ ਗਿਆ ਹੋਵੇ। ਪ੍ਰਾਰਥਨਾ ਆਪ ਆਖਦੇ ਹੋ, ਠੀਕ ਹੈ, ਮੈਨੂੰ ਕਿਉਂ ਪ੍ਰਾਰਥਨਾ ਕਰਨੀ ਪੈਣੀ ਹੈ? ਜੇਕਰ ਪਰਮੇਸ਼ਰ ਪਹਿਲਾਂ ਹੀ ਜਾਣਦਾ ਹੈ ਕਿ ਮੇਰੀ ਵੀ ਜ਼ਰੂਰਤ ਹੈ, ਮੈਂ ਕੀ ਚਾਹੁੰਦਾ ਹਾਂ, ਮੈਂ ਤਾਂ ਸਿਰਫ ਆਪ ਨੂੰ ਇਹ ਦੱਸਣਾ ਚਾਹੁੰਦਾ ਹਾਂ। ਪਰਮੇਸ਼ਰ ਨੇ ਇਸ ਬ੍ਰਾਹਮਣ ਨੂੰ ਕਾਰਜਸ਼ੀਲ ਹੋਣ ਲਈ ਬੜੀ ਹੀ ਮਜ਼ਬੂਤੀ ਨਾਲ ਪ੍ਰਾਰਥਨਾ ਦੀ ਤਰ੍ਹਾਂ ਨਾਲ ਜੋੜਿਆ ਹੋਇਆ ਹੈ ਅਤੇ ਜੇਕਰ ਆਪ ਉਸ ਤੋਂ ਬਾਹਰ ਨਹੀਂ ਰੱਖੇ ਜਾਣਾ ਚਾਹੁੰਦੇ ਜੋ ਪਰਮੇਸ਼ਰ ਕਰ ਰਿਹਾ ਹੈ, ਤਦ ਬਿਹਤਰ ਹੈ ਕਿ ਆਪ ਪ੍ਰਾਰਥਨਾ ਨੂੰ ਆਪਣੇ ਜੀਵਨ ਦਾ ਇੱਕ ਅੰਗ ਬਣਾ ਲਵੋ। ਆਪ ਇਸ ਨੂੰ ਕਿਸੇ ਤਰ੍ਹਾਂ ਵੀ ਕਰ ਸਕਦੇ ਹੋ ਅਤੇ ਆਪਣੇ ਛੋਟੇ ਗਰੁੱਪਾਂ ਵਿੱਚ ਅਸੀਂ ਆਪਣੇ ਗਰੁੱਪ ਦੇ ਆਗੂਆਂ ਨੂੰ ਪ੍ਰਾਰਥਨਾ ਵਿੱਚ ਸਮਾਂ ਲਗਾਉਣ ਲਈ ਉਤਸ਼ਾਹਿਤ ਕਰਦੇ ਹਾਂ। ਆਪ ਵਿੱਚੋਂ ਕੁਝ ਆਖਦੇ ਹਨ, ਠੀਕ ਹੈ, ਪਰ ਮੈਂ ਤਾਂ ਇਹ ਨਹੀਂ ਜਾਣਦਾ ਕਿ ਜ਼ਿਆਦਾਤਰ ਪ੍ਰਾਰਥਨਾ ਕਿਵੇਂ ਕਰੀਦੀ ਹੈ। ਮੈਂ ਨਹੀਂ ਜਾਣਦਾ ਕਿ ਉੱਚੇ ਬੋਲ ਕੇ ਪ੍ਰਾਰਥਨਾ ਕਿਵੇਂ ਕਰੀਦੀ ਹੈ। ਜੀ ਹਾਂ, ਸਾਡੇ ਵਿੱਚੋਂ ਕਿਸੇ ਨੇ ਵੀ ਸ਼ੁਰੂ ਕਰਦੇ ਵਕਤ ਇਸ ਤਰ੍ਹਾਂ ਨਹੀਂ ਕੀਤਾ। ਆਪ ਪ੍ਰਾਰਥਨਾ ਕਰਨਾ ਕਿਵੇਂ ਸਿੱਖਦੇ ਹੋ? ਠੀਕ ਜਿਸ ਤਰ੍ਹਾਂ ਆਪ ਤੈਰਨਾ ਸਿੱਖਦੇ ਹੋ। ਆਪ ਤਾਂ ਬਸ ਇਸ ਨੂੰ ਸ਼ੁਰੂ ਕਰਦੇ ਹੋ ਅਤੇ ਆਪ ਪ੍ਰਾਰਥਨਾ ਕਰਨਾ ਆਰੰਭ ਕਰੋ ਅਤੇ ਕਿਸੇ ਛੋਟੇ ਝੁੰਡ ਵਿੱਚ ਸ਼ਾਮਲ ਹੋਣ ਦੀਆਂ ਕੁਝ ਅਦਭੁਤ ਗੱਲਾਂ ਵਿੱਚੋਂ ਇੱਕ ਉਹਨਾਂ ਲੋਕਾਂ ਨੂੰ ਸੁਣਨਾ ਹੈ ਜੋ ਪ੍ਰਾਰਥਨਾ ਕਰਦੇ ਹਨ। ਜੀ ਹਾਂ, ਉੱਚੀ ਆਵਾਜ਼ ਵਿੱਚ ਬੋਲ ਕੇ ਛੋਟੀ-ਛੋਟੀ ਪ੍ਰਾਰਥਨਾ ਕਰਨਾ ਆਰੰਭ ਕਰੋ। ਇਸ ਤਰ੍ਹਾਂ ਕਰਦਿਆਂ ਉਹ ਆਪਣੇ ਦੋਸਤਾਂ ਦੇ ਨਾਲ ਇੱਕ ਆਸਾਨ ਮਹਿਸੂਸ ਕਰਦੇ ਹਨ ਕਿ ਉਹ ਆਪਣੇ ਭੈਣਾਂ ਅਤੇ ਭਰਾਵਾਂ ਦੇ ਸਾਹਮਣੇ ਪ੍ਰਭੂ ਨਾਲ ਗੱਲਾਂ ਕਰ ਸਕਦੇ ਹਨ। ਉਤਸ਼ਾਹਿਤ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਉਹਨਾਂ ਵਿੱਚ ਪ੍ਰਚਾਰ, ਇਕਰਾਰ ਅਤੇ ਸਾਂਝ ਅਤੇ ਪ੍ਰਾਰਥਨਾ ਪਾਈ ਜਾਂਦੀ ਸੀ ਅਤੇ ਆਪ ਵਿੱਚ ਉਸਤਤ 46 ਐਤ 47 ਐਤ ਦੇ ਬਚਨਾਂ ਉੱਤੇ ਗੌਰ ਕਰੋ। ਉਹ ਖੁਸ਼ੀ ਅਤੇ ਸਿੱਧੇ ਮਨ ਨਾਲ ਭੋਜਨ ਛਕਦੇ ਸਨ ਅਤੇ ਉਹ ਪਰਮੇਸ਼ਰ ਦੀ ਉਸਤਤ ਕਰਦੇ ਸਨ ਔਰ ਸਾਰੇ ਲੋਕਾਂ ਨੂੰ ਪਿਆਰੇ ਸਨ। ਹੁਣ ਮੈਂ ਆਪ ਨੂੰ ਇਹ ਦੱਸਦਾ ਹਾਂ, ਅਸੀਂ ਇਸ ਨੂੰ ਲਗਾਤਾਰ ਬਿਹਤਰ ਤੌਰ ਤੇ ਸਮਝ ਰਹੇ ਹਾਂ। ਕੀ ਆਪ ਜਾਣਦੇ ਹੋ ਕਿ ਸਾਡੇ ਮੁਲਕ ਵਿੱਚ ਹਜ਼ਾਰਾਂ ਕਲੀਸਿਆ ਹਨ ਜਿਨ੍ਹਾਂ ਨੇ ਪਿਛਲੇ ਸਾਲ ਬੰਦਗੀ ਕਰਨ ਦੇ ਕੇਂਦਰ ਉਸਾਰਨ ਲਈ ਅਰਬਾਂ ਰੁਪਏ ਖਰਚ ਕੀਤੇ ਸਨ? ਉਹ ਇਹਨਾਂ ਨੂੰ ਇਹੋ ਹੀ ਆਖਦੇ ਹਨ, ਠੀਕ ਇਸੇ ਤਰ੍ਹਾਂ। ਪਰ ਕੀ ਸੱਚਮੁੱਚ ਹੈਰਾਨ ਨਾ ਹੋ ਸੀ ਕਿ ਅਸਲ ਵਿੱਚ ਉਹਨਾਂ ਸਥਾਨਾਂ ਵਿੱਚ ਕੀ ਕੁਝ ਵਰਤਦਾ ਹੈ ਕਿ ਉਹ ਬੰਦਗੀ ਕਰਦੇ ਹਨ? ਮੈਨੂੰ ਯਾਦ ਹੈ ਜਦੋਂ ਅਸੀਂ ਇਸ ਸਹੂਲਤ ਦੀ ਉਸਾਰੀ 90 ਦਹਾਕੇ ਦੇ ਆਰੰਭਿਕ ਦਰਿਆਂ ਵਿੱਚ ਕਰ ਰਹੇ ਸੀ, ਮੈਂ ਉਦੋਂ ਇਸ ਵਿਚਾਰ ਦੁਆਰਾ ਬਹੁਤ ਹੀ ਉਤਸ਼ਾਹਿਤ ਕੀਤਾ ਗਿਆ ਸੀ ਅਤੇ ਮੈਂ ਕੁਝ ਸਮਾਂ ਕੱਢ ਕੇ ਬੰਦਗੀ ਦੇ ਬਾਰੇ 12 ਸੰਦੇਸ਼ ਦਾ ਪ੍ਰਚਾਰ ਕੀਤਾ ਸੀ। ਜਦੋਂ ਮੈਂ ਇਸ ਤਰ੍ਹਾਂ ਕੀਤਾ ਹੀ ਤਾਂ ਤੁਹਾਡੇ ਵਿੱਚੋਂ ਕੁਝ ਇੱਥੇ ਮੌਜੂਦ ਸਨ ਅਤੇ ਮੈਂ ਸੋਚਦਾ ਹਾਂ ਕਿ ਇਹੋ ਹੀ ਇੱਕ ਦਿਸ਼ਾ ਪਰਿਵਰਤਨ ਸੀ। ਜੇਕਰ ਮੈਂ ਇਸ ਨੂੰ ਇੱਕ ਚੰਗਾ ਨਾਮ ਦੇ ਸਕਾਂ, ਇਹ ਸਾਡੀ ਇੱਥੇ ਹੀ ਦੀ ਸੇਵਾ ਵਿੱਚ ਇੱਕ ਦਿਸ਼ਾ ਪਰਿਵਰਤਨ ਸੀ, ਕਿਉਂਕਿ ਉਸ ਸਮੇਂ ਤੋਂ ਅਸੀਂ ਇਸ ਗੱਲ ਨੂੰ ਪਛਾਣ ਲਿਆ ਸੀ ਕਿ ਜੋ ਬੰਦਗੀ ਹੈ, ਇਹ ਪਰਮੇਸ਼ਰ ਦੀ ਕਲੀਸਿਆ ਦੇ ਅੰਦਰ ਇੱਕ ਪ੍ਰਤਿਸ਼ਠਿਤਾ ਹੋ ਸਕਦੀ ਹੈ। ਅਸੀਂ ਹਮੇਸ਼ਾ ਉਸ ਤਰ੍ਹਾਂ ਬੰਦਗੀ ਨਾ ਕਰਦੇ ਹੋਈਏ ਜਿਸ ਤਰ੍ਹਾਂ ਆਪ ਨੂੰ ਇਹ ਪਸੰਦ ਹੈ। ਕਦੇ-ਕਦੇ ਇਹ ਆਪ ਲਈ ਤਾਂ ਬਹੁਤ ਧੀਮੀ ਹੁੰਦੀ ਹੈ, ਕਦੇ-ਕਦੇ ਬਹੁਤ ਤੇਜ਼, ਕਦੇ-ਕਦੇ ਬਹੁਤ ਉੱਚੀ ਅਤੇ ਕਦੇ-ਕਦੇ ਕਾਫੀ ਉੱਚੀ ਆਵਾਜ਼ ਵਿੱਚ ਹੈ। ਕਦੇ-ਕਦੇ ਰੋਸ਼ਨੀ ਦੇ ਬਲਬ ਬਹੁਤ ਹੀ ਚਮਕਦਾਰ ਅਤੇ ਕਦੇ-ਕਦੇ ਬਹੁਤ ਗਰਮ। ਅਸੀਂ ਬੰਦਗੀ ਦੀ ਸਭਾ ਨੂੰ ਇਹੋ ਹੀ ਜਿਹਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਜੋ ਹਰੇਕ ਕਲੀਸਿਆ ਦੇ ਮੈਂਬਰ ਦੇ ਮਨ ਦੀ ਮੌਜ ਨੂੰ ਪੂਰਾ ਕਰ ਸਕੇ। ਮੇਰੇ ਦੋਸਤੋ, ਆਪ ਇਹ ਸਭ ਤੋਂ ਉੱਪਰ ਉੱਠਣਾ ਪੈਣਾ ਹੈ ਅਤੇ ਇਹ ਸਮਝਣਾ ਪੈਣਾ ਹੈ ਕਿ ਪਰਮੇਸ਼ਰ ਨੇ ਸਾਨੂੰ ਇਕੱਠੇ ਹੋਣ ਲਈ ਬੁਲਾਇਆ ਹੈ।
ਇਹ ਬੰਦਗੀ ਦੀ ਸਭਾ ਦੇ ਤੌਰ ਤੇ ਤਰੀਕਿਆਂ ਵਿੱਚ ਸੁਧਾਰ ਕਰਨ ਲਈ ਨਹੀਂ, ਬਲਕਿ ਮੁਕਤੀਦਾਤੇ ਨੂੰ ਪਿਆਰ ਕਰਨ ਅਤੇ ਉਸ ਨੂੰ ਉੱਚਾ ਚੁੱਕਣ ਲਈ ਹੈ। ਜੋ ਸਾਡੀ ਬੰਦਗੀ ਦਾ ਪ੍ਰਾਂਤ ਹੈ, ਜਦੋਂ ਅਸੀਂ ਆਪਣਾ ਧਿਆਨ ਪੂਰੀ ਤਰ੍ਹਾਂ ਉਸ ਉੱਤੇ ਕੇਂਦਰਿਤ ਕਰ ਲੈਂਦੇ ਹਾਂ, ਤਦ ਅਸੀਂ ਹੋਰ ਸਭ ਚੀਜ਼ਾਂ ਤੋਂ ਮੁਕਤ ਹੋ ਜਾਂਦੇ ਹਾਂ। ਆਮੀਨ। ਹੁਣ ਮੈਂ ਆਪ ਉਸ ਬਾਰੇ ਦੱਸਣਾ ਚਾਹੁੰਦਾ ਹਾਂ ਜੋ ਆਪ ਪਹਿਲਾਂ ਹੀ ਜਾਣਦੇ ਹੋ। ਆਪ ਦਾ ਪਾਸਵਾਨ। ਮੈਂ ਸਭ ਪ੍ਰਕਾਰ ਦੇ ਸੰਗੀਤ ਨੂੰ ਪਸੰਦ ਕਰਦਾ ਹਾਂ। ਮੈਂ ਸੰਗੀਤ ਦੀਆਂ ਸਾਰੀਆਂ ਕਿਸਮਾਂ ਨੂੰ ਪਸੰਦ ਕਰਦਾ ਹਾਂ, ਕਰੀਬ ਸੰਗੀਤ ਦੀਆਂ ਸਾਰੀਆਂ ਕਿਸਮਾਂ ਨੂੰ। ਮੈਂ ਆਪ ਨੂੰ ਦੱਸ ਦੇਵਾਂ ਕਿ ਕੁਝ ਕੁ ਹੈ ਜੋ ਬਹੁਤ ਹੀ ਸਨਲਾਈ, ਸ਼ਾਇਦ ਉਸ ਨਾਲ ਮੈਨੂੰ ਜਦੋਂ ਸ਼ਾਇਦ ਕਰਨੀ ਪਵੇ, ਫਿਰ ਹੋਰ ਕੁਝ ਹੋਵੇ ਜੋ ਠੀਕ ਹੈ। ਕੀ ਇਹ ਇਸ ਤਰ੍ਹਾਂ ਨਹੀਂ ਹੈ? ਹੋ ਸਕਦਾ ਹੈ ਕੁਝ ਹੋਰ ਜ਼ਿਆਦਾ ਕਲਾਸੀਕਲ ਹੋਵੇ ਜੋ ਬਸ ਮੈਨੂੰ ਨੀਂਦ ਲਾ ਦੇਵੇ, ਪਰ ਉਹਨਾਂ ਸਾਰੀਆਂ ਹੋਦਾਂ ਤੋਂ ਵਿਚਕਾਰ ਮੈਂ ਸੰਗੀਤ ਦੀਆਂ ਸਾਰੀਆਂ ਕਿਸਮਾਂ ਨੂੰ ਪਸੰਦ ਕਰਦਾ ਹਾਂ, ਅਤੇ ਉਹ ਸਭ ਜੋ ਅਸੀਂ ਇੱਥੇ ਕਰਦੇ ਹਾਂ ਉਹ ਪ੍ਰਭੂ ਯਿਸੂ ਮਸੀਹ ਦਾ ਆਦਰ ਕਰਦਾ ਹੈ, ਅਤੇ ਅਸੀਂ ਆਪਣੀ ਬੰਦਗੀ ਅਤੇ ਉਸਤਤ ਦੀ ਸਭਾ ਵਿੱਚ ਉਸ ਸੰਗੀਤ ਨੂੰ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੋ ਸਾਡੇ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੈ। ਪਰਮੇਸ਼ਰ ਨੇ ਸਾਨੂੰ ਆਪਣੇ ਲੋਕਾਂ ਵਜੋਂ ਉਸ ਦੀ ਬੰਦਗੀ ਕਰਨ ਅਤੇ ਉਸ ਦੀ ਉਸਤਤ ਕਰਨ ਲਈ ਇਕੱਠੇ ਹੋਣ ਨੂੰ ਬੁਲਾਇਆ ਹੈ। ਗੌਰ ਕਰੋ ਜੋ ਇਸ ਵਚਨ ਦੇ ਭਾਗ ਵਿੱਚ ਆਖਦੇ ਹਾਂ। ਇੱਥੇ ਵਚਨ ਆਖਦਾ ਹੈ ਕਿ ਆਦਰ ਦੀ ਭਾਵਨਾ ਨੇ ਹਰੇਕ ਨੂੰ ਜਕੜ ਲਿਆ ਸੀ, ਅਤੇ ਆਰੰਭਕ ਕਲੀਸਿਆ ਦੀ ਗਵਾਹੀ ਇੰਨੀ ਜ਼ਿਆਦਾ ਸ਼ਕਤੀਸ਼ਾਲੀ ਸੀ ਕਿ ਹਰੇਕ ਨੇ ਇਸ ਕਲੀਸਿਆ ਦੇ ਅੰਦਰ ਅਤੇ ਬਾਹਰ ਦੋਵੇਂ ਪਾਸੇ ਇਸ ਹੈਰਾਨੀ ਦੀ ਭਾਵਨਾ ਨੂੰ ਮਹਿਸੂਸ ਕਰਨਾ ਜਾਰੀ ਰੱਖਿਆ ਸੀ। ਇਹ ਹੈਰਾਨੀ ਇਮਾਰਤਾਂ ਜਾਂ ਬਜਟਾਂ ਦਾ ਜਾਂ ਪ੍ਰੋਗਰਾਮ ਦੇ ਨਾਲ ਸੰਬੰਧਿਤ ਨਹੀਂ ਸੀ। ਇਹ ਤਾਂ ਇੱਕ ਸਰਵਸ਼ਕਤੀਮਾਨ ਪਰਮੇਸ਼ਰ ਅਤੇ ਵਿਸ਼ਵਾਸੀ ਦੀ ਇਸ ਸੰਗਤ ਦੇ ਅੰਦਰ ਜ਼ਾਹਿਰ ਉਸ ਦੀ ਪਾਰਮਿਕਤਾ ਸੀ। ਸਾਡੇ ਵਚਨ ਦੇ ਇਸ ਭਾਗ ਤੋਂ ਇਹ ਵੀ ਬਹੁਤ ਹੀ ਸਾਫ਼ ਜ਼ਾਹਿਰ ਹੈ ਕਿ ਇਸ ਆਰੰਭਕ ਕਲੀਸਿਆ ਦੇ ਅੰਦਰ ਬੰਦਗੀ ਦੇ ਦੋ ਰੂਪ ਪਾਏ ਜਾਂਦੇ ਸਨ। ਹੈਕਲ ਦੇ ਅੰਦਰ ਜ਼ਿਆਦਾ ਰਵਾਇਤਾਂ ਬੰਦਗੀ ਦਾ ਅਨੁਭਵ ਕਰਦੇ ਸਨ, ਅਤੇ ਆਪਣੇ ਘਰਾਂ ਦੇ ਅੰਦਰ ਉਹ ਗੈਰ ਰਵਾਇਤਾਂ ਬੰਦਗੀ ਦਾ ਆਨੰਦ ਮਾਣਦੇ ਸਨ, ਪਰ ਉਹਨਾਂ ਦੀ ਸਾਰੀ ਬੰਦਗੀ ਵਿੱਚ ਇਹ ਗੁਣ ਪਾਇਆ ਜਾਂਦਾ ਸੀ। ਵਚਨ ਆਖਦਾ ਹੈ ਕਿ ਉਹ ਖੁਸ਼ੀ ਅਤੇ ਸਿੱਧੇ ਮਨ ਨਾਲ ਭੋਜਨ ਛਕਦੇ ਸਨ। ਖੁਸ਼ੀ ਸ਼ਬਦ ਉਸ ਮੂਲ ਸ਼ਬਦ ਤੋਂ ਆਉਂਦਾ ਹੈ ਜਿਸ ਤੋਂ ਅਸੀਂ ਆਨੰਦਿਤ ਸ਼ਬਦ ਪਾਉਂਦੇ ਹਾਂ, ਅਤੇ ਮਨ ਦੀ ਸਦਿਆਈ ਦਾ ਅਰਥ ਹੁੰਦਾ ਹੈ ਸਾਦਗੀ। ਉਹਨਾਂ ਵਿੱਚ ਪ੍ਰਭੂ ਦੇ ਪ੍ਰਤੀ ਸਾਦਗੀ ਅਤੇ ਆਨੰਦਪੂਰਨ ਉਸਤਤ ਪਾਈ ਜਾਂਦੀ ਸੀ। ਮੇਰੇ ਦੋਸਤੋ, ਮੈਂ ਆਪ ਨੂੰ ਕੁਝ ਦੱਸ ਦੇਵਾਂ। ਮਸੀਹ ਸੰਗਤ ਹੀ ਜਗ੍ਹਾ ਵਿੱਚ ਇੱਕ ਇਹੋ ਗਾਉਣ ਵਾਲੀ ਸੰਗਤ ਹੈ। ਅਸੀਂ ਇਸ ਕਰਕੇ ਗਾਉਂਦੇ ਹਾਂ ਕਿਉਂਕਿ ਸਾਡੇ ਦਿਲ ਪਾਪ ਤੋਂ ਧੋ ਕੇ ਸ਼ੁੱਧ ਕੀਤੇ ਗਏ ਹਨ, ਅਤੇ ਅਸੀਂ ਆਜ਼ਾਦ ਹਾਂ, ਅਤੇ ਅਸੀਂ ਪ੍ਰਭੂ ਦੀ ਉਸਤਤ ਕਰਨ ਤੋਂ ਬਗੈਰ ਨਹੀਂ ਰਹਿ ਸਕਦੇ, ਅਤੇ ਪਰਮੇਸ਼ਰ ਨੇ ਸਾਨੂੰ ਇਹ ਸਭ ਉਸ ਦੀ ਉਸਤਤ ਅਤੇ ਬੰਦਗੀ ਕਰਨ ਲਈ ਬਖਸ਼ਿਆ ਹੈ। ਪਰ ਆਪ ਆਖਦੇ ਹੋ, ਠੀਕ ਹੈ, ਮੈਂ ਤਾਂ ਗਾ ਨਹੀਂ ਸਕਦਾ। ਜੀ ਹਾਂ, ਬਾਈਬਲ ਇਸ ਨੂੰ ਸ਼ੁਰੂ ਕਰਨ ਬਾਰੇ ਸਾਨੂੰ ਦੱਸਦੀ ਹੈ। ਇਹ ਆਖਦੀ ਹੈ, ਪਰਮੇਸ਼ਰ ਲਈ ਖੁਸ਼ੀ ਨਾਲ ਲਲਕਾਰੋ। ਕਿ ਆਪ ਨੇ ਇਸ ਉੱਤੇ ਗੌਰ ਕੀਤਾ ਹੈ? ਆਪ ਇਹ ਕਰ ਸਕਦੇ ਹੋ। ਹਰੇਕ ਆਪਣੇ ਸੰਪੂਰਨ ਦਿਲ ਨਾਲ ਖੁਸ਼ੀ ਨਾਲ ਲਲਕਾਰ ਸਕਦਾ ਹੈ। ਜੇਕਰ ਆਪ ਗਾਉਣ ਵਾਲਿਆਂ ਦੀ ਟੋਲੀ ਵਿੱਚ ਹੋਣ ਜਾ ਰਹੇ ਹੋ, ਤਦ ਬਿਹਤਰ ਹੈ ਕਿ ਆਪ ਕੋਲ ਸੰਗੀਤ ਦਾ ਵਰਦਾਨ ਹੋਵੇ, ਅਤੇ ਆਪ ਜਾਣਦੇ ਹੋ ਕਿ ਇਹ ਕੀ ਹੈ। ਜੇਕਰ ਆਪ ਸੋਚਦੇ ਹੋ ਕਿ ਆਪ ਕੋਲ ਸੰਗੀਤ ਦਾ ਵਰਦਾਨ ਹੈ, ਤਦ ਆਪ ਘੱਟੋ ਘੱਟ ਇੱਕ ਹੋਰ ਮਨੁੱਖ ਜ਼ਰੂਰ ਹੋਣਾ ਚਾਹੀਦਾ ਹੈ ਜੋ ਆਪ ਨਾਲ ਸਹਿਮਤ ਹੋਵੇ, ਅਤੇ ਜੇਕਰ ਆਪ ਗਾਉਣ ਵਾਲਿਆਂ ਦੀ ਟੋਲੀ ਵਿੱਚ ਸ਼ਾਮਲ ਹੋਣ ਜਾਣ, ਤਦ ਆਪ ਨੂੰ ਇਹੀ ਕਰਨ ਦੀ ਜ਼ਰੂਰਤ ਹੁੰਦੀ ਹੈ। ਆਪ ਵਿੱਚ ਗਾਉਣ ਵਾਲੇ ਨਹੀਂ ਹੋ ਸਕਦੇ। ਜੇਕਰ ਆਪ ਗਾਉਣ ਵਾਲਿਆਂ ਦੀ ਟੋਲੀ ਵਿੱਚ ਸ਼ਾਮਲ ਹੋ ਜਾਂਦੇ ਹੋਵੋ, ਤਦ ਇੱਕ ਜੇਲ੍ਹ ਵਿੱਚ ਗਾਉਣ ਵਾਲੇ ਨਹੀਂ ਹੋ ਸਕਦੇ। ਕਿ ਆਪ ਜਾਣਦੇ ਹੋ ਕਿ ਇੱਕ ਜੇਲ੍ਹ ਵਿੱਚ ਗਾਉਣ ਵਾਲਾ ਕੀ ਹੁੰਦਾ ਹੈ? ਦਰਵਾਜ਼ਿਆਂ ਦੇ ਪਿੱਛੇ ਅਤੇ ਹਮੇਸ਼ਾ ਹੀ ਠੀਕ ਚਾਬੀ ਦੇ ਇੰਤਜ਼ਾਰ ਕਰਦਾ ਹੋਇਆ ਆਪ ਕਲੀਸਿਆ ਦੇ ਅੰਦਰ ਇੱਕ ਜੇਲ੍ਹ ਵਿੱਚ ਗਾਉਣ ਵਾਲੇ ਨਹੀਂ ਹੋ ਸਕਦੇ। ਆਪ ਨੂੰ ਗਾਉਣ ਦੇ ਯੋਗ ਹੋਣਾ ਪੈਣਾ ਹੈ। ਪਰ ਮੇਰੇ ਦੋਸਤੋ, ਮੈਨੂੰ ਆਪ ਨੂੰ ਇਹ ਦੱਸਣਾ ਪੈਣਾ ਹੈ, ਆਪ ਇੱਕ ਇਹੋ ਜਿਹੀ ਕਲੀਸਿਆ ਦੇ ਅੰਦਰ ਹੋ ਜਿੱਥੇ ਯਿਸੂ ਮਸੀਹ ਇਸ ਦਾ ਕੇਂਦਰ ਹੈ। ਆਪ ਆਨੰਦਿਤ ਹੋਣ ਤੋਂ ਬਗੈਰ ਨਹੀਂ ਰਹਿ ਸਕਦੇ। ਜੇਕਰ ਆਪ ਇਸ ਕਲੀਸਿਆ ਵਿੱਚ ਚੱਲਦੇ ਫਿਰਦੇ ਹੋ ਅਤੇ ਇਸ ਤਰ੍ਹਾਂ ਜਾਪਦੇ ਹੋ ਜਿਵੇਂ ਕਿਸੇ ਆਦਰ ਬਣਾਉਣ ਵਾਲੀ ਫੈਕਟਰੀ ਨੂੰ ਨਕਾਰ ਦਿੱਤਾ ਹੋਵੇ, ਤਦ ਆਪ ਦੇ ਦਿਲ ਦੇ ਅੰਦਰ ਕੁਝ ਨਾ ਕੁਝ ਜ਼ਰੂਰ ਖਰਾਬੀ ਹੈ। ਕਿਉਂਕਿ ਜਦੋਂ ਪਰਮੇਸ਼ਰ ਆਪ ਨੂੰ ਪਾਕ ਸਾਫ਼ ਕਰਦਾ ਹੈ ਤੇ ਆਪ ਨੂੰ ਇੱਕ ਨਵਾਂ ਦਿਲ ਦਿੰਦਾ ਹੈ ਅਤੇ ਆਪ ਨੂੰ ਆਜ਼ਾਦ ਕਰਦਾ ਹੈ, ਤਦ ਉਹ ਆਪ ਦੇ ਦਿਲ ਦੇ ਅੰਦਰ ਖੁਸ਼ੀ ਨੂੰ ਕਰਦਾ ਹੈ, ਤੇ ਉੱਥੇ ਇਸ ਦਾ ਪ੍ਰਬੰਧ ਹੁੰਦਾ ਹੈ। ਉਹ ਪ੍ਰਭੂ ਦੀ ਵਡਿਆਈ ਕਰਦੇ ਸਨ, ਉਹ ਸੱਚਮੁੱਚ ਉਸ ਦੀ ਉਸਤਤ ਕਰਦੇ ਸਨ।
ਕਲੀਸਿਆ ਦਾ ਵਿਵਹਾਰ। ਰਸੂਲਾਂ ਦੇ ਕਰਤੱਵ 2 ਅਧਿਆਏ 42 ਵਚਨ 46 ਵਚਨ। ਹੁਣ ਗੌਰ ਕਰੋ ਕਿ ਇਸ ਪ੍ਰੋਗਰਾਮ ਦੇ ਆਖਰੀ ਕੁਝ ਕੁ ਮਿੰਟਾਂ ਵਿੱਚ 42 ਅਤੇ 46 ਐਤਾਂ ਵਿੱਚ ਕਲੀਸਿਆ ਦੇ ਵਿਵਹਾਰ ਦੇ ਬਾਰੇ ਚਾਹਾਂਗੇ ਕਿ ਆਪ ਗੌਰ ਕਰੋ। ਅਸੀਂ ਗੌਰ ਕਰਨ ਜਾ ਰਹੇ ਹਾਂ ਕਿ ਵਿਵਹਾਰ ਵਜੋਂ ਕਲੀਸਿਆ ਇਸ ਪ੍ਰੋਗਰਾਮ ਦੇ ਤੱਤ ਨੂੰ ਕਿਵੇਂ ਨਿਭਾਉਂਦੀ ਸੀ। ਜਦੋਂ ਅਸੀਂ ਵਰਣਨ ਕਰ ਚੁੱਕੇ ਹਾਂ, ਇਹ ਬੜੀ ਨਜ਼ਦੀਕੀ ਨਾਲ ਉਸੇ ਦੀ ਤਸਵੀਰ ਪੇਸ਼ ਕਰਦਾ ਹੈ ਜੋ ਅਸੀਂ ਪਿਛਲੇ ਹਫ਼ਤੇ ਰੋਮੀਓ ਦੀ ਪੱਤਰੀ ਵਿੱਚ ਸਿੱਖਿਆ ਸੀ। ਅਸਲ ਵਿੱਚ ਅਸੀਂ 3 ਗੱਲਾਂ ਉੱਤੇ ਗੌਰ ਕਰਨ ਜਾ ਰਹੇ ਹਾਂ ਜਿਨ੍ਹਾਂ ਦਾ ਇਸਤੇਮਾਲ ਅਸੀਂ ਪਿਛਲੇ ਹਫ਼ਤੇ ਕੀਤਾ ਸੀ, ਤੇ ਆਪ ਸਮਝ ਲਓਗੇ ਕਿ ਉਹ ਇਸ ਕਲੀਸਿਆ ਵਿੱਚ ਕਿਵੇਂ ਕਾਰਜ ਕਰਦੀਆਂ ਸਨ। ਰਸੂਲਾਂ ਦੇ ਕਰਤੱਵ ਉਸ ਨੂੰ ਦਰਸਾਉਂਦੇ ਹਨ ਜਿਸ ਬਾਰੇ ਪੌਲੁਸ ਰੋਮੀਓ ਦੀ ਪੱਤਰੀ ਵਿੱਚ ਜ਼ਿਕਰ ਕਰ ਰਿਹਾ ਸੀ। ਜਿਵੇਂ ਕਿ ਲੂਕਾ ਵੀ ਇੱਥੇ ਰਸੂਲਾਂ ਦੇ ਕਰਤੱਵ ਵਿੱਚ ਗੱਲ ਕਰ ਰਿਹਾ ਹੈ। ਊੜਾ ਭਾਗ, ਉਹਨਾਂ ਨੇ ਆਪਣੇ ਦਿਲ ਇੱਕ ਦੂਸਰੇ ਲਈ ਖੋਲ੍ਹੇ ਸਨ। ਸਭ ਤੋਂ ਪਹਿਲਾਂ ਇਸ ਆਰੰਭਕ ਕਲੀਸਿਆ ਵਿੱਚ ਉਹਨਾਂ ਨੇ ਆਪਣੇ ਦਿਲ ਇੱਕ ਦੂਸਰੇ ਲਈ ਖੋਲ੍ਹੇ ਸਨ। ਰਸੂਲਾਂ ਦੇ ਕਰਤੱਵ 2 ਅਧਿਆਏ 42 ਦੇ ਵਚਨ ਆਖਦੇ ਹਨ ਅਤੇ ਉਹ ਲਗਾਤਾਰ ਰਸੂਲਾਂ ਦੀ ਸਿੱਖਿਆ ਅਤੇ ਸੰਗਤ ਵਿੱਚ ਰੋਟੀ ਤੋੜਨ ਅਤੇ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੇ। ਉਹ ਸੰਗਤ ਕਰਦੇ ਸਨ। ਹੁਣ ਇੱਥੇ ਸੰਗਤ ਲਈ ਇਹ ਸ਼ਬਦ ਹੈ, ਇਹ ਤਾਂ ਕਰੀਬ ਇੱਕ ਅੰਗਰੇਜ਼ੀ ਦਾ ਸ਼ਬਦ ਹੈ ਕਿਉਂਕਿ ਇਸ ਨੂੰ ਕਲੀਸਿਆ ਵਿੱਚ ਬਹੁਤ ਹੀ ਜ਼ਿਆਦਾ ਵਰਤਿਆ ਗਿਆ ਹੈ। ਇਹ ਕੀ ਹੈ? ਕਿਉਂ ਕੀ ਹੈ? ਜੀ ਹਾਂ, ਇਸ ਦਾ ਤਰਜਮਾ ਹਿੱਸੇਦਾਰੀ, ਜੀ ਹਾਂ, ਵੰਡਣ ਨਾਂ ਦੇ ਸ਼ਬਦ ਵਜੋਂ ਕੀਤਾ ਜਾ ਸਕਦਾ ਹੈ। ਇਹ ਇੱਕ ਇਹੋ ਜਿਹਾ ਸ਼ਬਦ ਹੈ ਜਿਸ ਦਾ ਅਰਥ ਚੀਜ਼ਾਂ ਨੂੰ ਸਮਝਿਆ ਜਾਣਾ ਹੈ। ਦੋਸਤੋ, ਉਮੀਦ ਕਰਦੇ ਹਾਂ ਕਿ ਦਿਸ਼ਾ ਪਰਿਵਰਤਨ ਦਾ ਸਾਡਾ ਇਹ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਅੱਜ ਦੇ ਅਧਿਐਨ ਪ੍ਰੋਗਰਾਮ ਦੇ ਵਿੱਚ ਅਸੀਂ ਕਲੀਸਿਆਈ ਮੈਂਬਰਸ਼ਿਪ ਬਾਰੇ ਸਿੱਖ ਰਹੇ ਸੀ। ਦੋਸਤੋ, ਸਾਡੇ ਲਈ ਕਿਸੇ ਵੀ ਕਲੀਸਿਆ ਦਾ ਹਿੱਸਾ ਬਣਨਾ ਬਹੁਤ ਜ਼ਰੂਰੀ ਹੈ। ਕਿਸੇ ਵੀ ਕਲੀਸਿਆ ਦੇ ਮੈਂਬਰ ਬਣਨ ਦੇ ਲਈ ਸਾਨੂੰ ਬਹੁਤ ਸਾਰੀ ਚੀਜ਼ਾਂ ਦੇ ਬਾਰੇ ਜਾਣਨਾ ਜ਼ਰੂਰੀ ਹੁੰਦਾ ਹੈ। ਉਦਾਹਰਨ ਦੇ ਲਈ ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਪ੍ਰਚਾਰ ਦੇ ਮਹੱਤਵ ਨੂੰ ਵੇਖਿਆ ਸੀ। ਪਰ ਕਿਸੇ ਵੀ ਕਲੀਸਿਆ ਦੇ ਵਿੱਚ ਪ੍ਰਚਾਰ ਹੀ ਪ੍ਰੋਗਰਾਮ ਦਾ ਹਿੱਸਾ ਨਹੀਂ ਹੁੰਦਾ, ਪਰ ਇਕਰਾਰ ਜਾਂ ਅੰਗੀਕਾਰ ਵੀ ਹੋਣਾ ਬਹੁਤ ਜ਼ਰੂਰੀ ਹੈ। ਜਿੰਨੇ ਵੀ ਲੋਕ ਆਪਣੇ ਪਾਪਾਂ ਦਾ ਇਕਰਾਰ ਕਰਦੇ ਹਨ ਅਤੇ ਪ੍ਰਭੂ ਯਿਸੂ ਮਸੀਹ ਜੀ ਦੇ ਉੱਤੇ ਵਿਸ਼ਵਾਸ ਨੂੰ ਜਤਾਉਂਦੇ ਹਨ, ਉਹਨਾਂ ਸਾਰਿਆਂ ਨੂੰ ਬਪਤਿਸਮਾ ਲੈਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਇਹ ਕਿਸੇ ਵੀ ਕਲੀਸਿਆ ਦੀ ਬਹੁਤ ਮਹੱਤਵਪੂਰਨ ਰੀਤ ਹੁੰਦੀ ਹੈ। ਦੋਸਤੋ, ਅਸੀਂ ਅਜਿਹੀਆਂ ਹੋਰ ਬਹੁਤ ਸਾਰੀ ਗੱਲਾਂ ਨੂੰ ਵੇਖਿਆ ਜੋ ਕਿ ਕਿਸੇ ਵੀ ਕਲੀਸਿਆ ਦੇ ਪ੍ਰੋਗਰਾਮ ਦਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਹੁੰਦੀਆਂ ਹਨ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ। ਜੇਕਰ ਤੁਹਾਡਾ ਇਸ ਵਿਸ਼ੇ ਵਿੱਚ ਕੋਈ ਸਵਾਲ ਹੈ ਜਾਂ ਤੁਸੀਂ ਕੋਈ ਆਪਣਾ ਵਿਚਾਰ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਸਾਡੇ ਸਲਾਹਕਾਰ ਹਮੇਸ਼ਾ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹਨ। ਦੋਸਤੋ, ਹੁਣ ਸਾਨੂੰ ਇਜਾਜ਼ਤ ਦਿਓ। ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮਿਲਦੇ ਹਾਂ। ਆਓ ਪ੍ਰਾਰਥਨਾ ਕਰੀਏ। ਸਾਡੇ ਜਿਉਂਦੇ ਜਲਾਲੀ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਹਾਂ। ਪ੍ਰਭੂ, ਤੁਸੀਂ ਅੱਜ ਦੇ ਵਚਨ ਦੇ ਦੁਆਰਾ, ਅੱਜ ਦੇ ਅਧਿਐਨ ਦੇ ਦੁਆਰਾ ਸਾਨੂੰ ਇਹ ਸਮਝਾਇਆ ਕਿ ਕਲੀਸਿਆ ਦੀ ਮੈਂਬਰਸ਼ਿਪ ਵਿੱਚ ਸਾਨੂੰ ਕਿਹੜੀ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ। ਸਾਨੂੰ ਉਸ ਕਲੀਸਿਆ ਦਾ ਹਿੱਸਾ ਬਣਨਾ ਚਾਹੀਦਾ ਜਿੱਥੇ ਪ੍ਰਭੂ ਜੀ ਤੁਹਾਡੀ ਖੁਸ਼ਖਬਰੀ ਦਾ ਪ੍ਰਚਾਰ ਹੁੰਦਾ, ਜਿੱਥੇ ਤੁਹਾਡੇ ਵਚਨ ਦਾ ਪ੍ਰਚਾਰ ਹੁੰਦਾ, ਜਿੱਥੇ ਪ੍ਰਭੂ ਯਿਸੂ ਮਸੀਹ ਜੀ ਦੀ ਉਹ ਸਾਰੀ ਗੱਲਾਂ ਦਾ ਪ੍ਰਚਾਰ ਹੁੰਦਾ ਜਿਹਦੇ ਦੁਆਰਾ ਪਿਤਾ ਪਰਮੇਸ਼ਵਰ ਕੋਈ ਵਿਅਕਤੀ ਤੁਹਾਡੇ ਨਜ਼ਦੀਕ ਆਉਂਦਾ ਔਰ ਮੁਕਤੀ ਨੂੰ ਹਾਸਿਲ ਕਰਦਾ ਹੈ। ਪ੍ਰਭੂ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਨਾ ਸਿਰਫ ਪ੍ਰਚਾਰ ਬਾਰੇ ਸਿੱਖਿਆ ਬਲਕਿ ਇਸ ਤੋਂ ਇਲਾਵਾ ਇਕਰਾਰ ਬਾਰੇ ਵੀ ਗੱਲ ਕੀਤੀ ਔਰ ਬਪਤਿਸਮਾ ਬਾਰੇ ਵੀ ਗੱਲ ਕੀਤੀ। ਪਿਤਾ, ਧੰਨਵਾਦ ਕਰਦੇ ਹਾਂ ਇਹਨਾਂ ਮਹੱਤਵਪੂਰਨ ਵਿਸ਼ਿਆਂ ਦੇ ਉੱਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਤੇ ਪ੍ਰਭੂ ਜੀ, ਸਾਡੀ ਪ੍ਰਾਰਥਨਾ ਜਿੰਨੇ ਵੀ ਸਾਡੇ ਦਰਸ਼ਕਗਣ ਇਸ ਪ੍ਰੋਗਰਾਮ ਨੂੰ ਦੇਖ ਰਹੇ ਆ ਉਹਨਾਂ ਸਾਰਿਆਂ ਦੀ ਪ੍ਰਭੂ ਜੀ ਬੁੱਧੀ ਨੂੰ ਖੋਲੋ ਔਰ ਇਹ ਵਚਨ ਜਿਹੜਾ ਉਹਨਾਂ ਨੇ ਸੁਣਿਆ ਪ੍ਰਭੂ ਜੀ ਸਾਰਿਆਂ ਦੇ ਦਿਲਾਂ ਵਿੱਚ ਗਹਿਰਾਈ ਤੱਕ ਨਕਸ਼ ਕਰ ਜਾਏ। ਯਿਸੂ ਨਾਸਰੀ ਜੀ ਦੇ ਨਾਂ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ। ਆਮੀਨ। ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।